ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਧਰਮ ਅਧਿਐਨ ਦੀ ਐਮਏ ਕਰ ਰਹੇ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜ਼ੀਫਾ ਦਿੱਤਾ ਜਾਂਦਾ ਹੈ। ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਵਜ਼ੀਫਾ ਪ੍ਰਾਪਤ ਕਰ ਰਹੇ ਅਤੇ ਧਰਮ ਅਧਿਐਨ ਦੇ ਹੋਰ ਵਿਦਿਆਰਥੀਆਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਆਯੋਜਨ ਡਾਕਟਰ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਧਰਮ ਅਧਿਐਨ ਦੇ ਵਿੱਚ ਆਪਣਾ ਭਵਿੱਖ ਚੁਣਿਆ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਦਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਿੱਚ ਵੀ ਲਿਆ ਜਾਵੇਗਾ। ਇਸ ਮੌਕੇ ਉਹਨਾਂ ਧਰਮ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਾ ਵੀ ਪ੍ਰਗਟ ਕੀਤੀ। ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਨੌਜਵਾਨ ਹੈ ਅੱਜ ਕੱਲ ਜਿਹੜਾ 10ਵੀਂ ਲਾ ਪਾਸ ਕਰ ਲਈ ਹੈ, 11ਵੀਂ ਚ ਆ ਗਿਆ, 12ਵੀਂ ਚ ਆ ਗਿਆ ਤੇ ਉਹਨੂੰ ਜਦੋਂ ਵੀ ਪੁੱਛਦੇ ਆ ਤੁਸੀਂ ਸਾਰੇ ਸਮਾਜ 'ਚ ਵਿਚਰਦੇ ਹੋ, ਤੁਹਾਡੇ ਨਾਲ ਦੇ ਹੀ ਆ ਤੇ ਉਹ ਉਹਨਾਂ ਨੂੰ ਕਹੀਦਾ ਕੀ ਕਰ ਰਹੇ ਹੋ, ਉਹ ਕਹਿੰਦਾ ਆਈਲੈਟਸ ਕਰ ਰਹੇ ਮਤਲਬ ਇੱਕੋ ਹੀ ਮਿਸ਼ਨ ਜਿਹੜਾ ਵਾ ਉਹ ਇਹ ਬਣ ਗਿਆ ਕਿ ਮੈਂ ਆਈਲੈਟਸ ਕਰਨੀ ਆ। ਆਈਲੈਟਸ ਇੱਕ ਬਹੁਤ ਵੱਡੀ ਡਿਗਰੀ ਹੈ ਜਿਹਦੇ ਨਾਲ ਮੇਰੀ ਜ਼ਿੰਦਗੀ ਦਾ ਭਵਿੱਖ ਸੁਧਰਨਾ ਤੇ ਉਹਨੇ ਬਾਹਰ ਚਲਾ ਜਾਣਾ, ਮਤਲਬ ਵੀ ਮੈਂ ਆਪਣੀ ਜ਼ਿੰਦਗੀ ਸਫਲ ਹੋ ਗਿਆ। ਅੱਜ ਜਿਹੜਾ ਯੂਥ ਆ ਜਾਂ ਨੌਜਵਾਨ ਆ ਉਹਨਾਂ ਦੇ ਮਨ ਦਾ ਇਸ ਤਰ੍ਹਾਂ ਦਾ ਵਿਚਾਰ ਹੈ ਨਾ। ਮੈਂ ਥੋੜੀ ਜਿਹੀ ਤੁਹਾਨੂੰ ਉਹਦੀ ਜਾਣਕਾਰੀ ਦੇਣੀ ਚਾਹੁੰਦਾ ਕਿ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨਾਲ ਸੰਬੰਧਿਤ ਹਾਂ। ਉਸ ਕਾਲਜ ਦਾ ਵਿਦਿਆਰਥੀ ਸੀ। 84 ਦੇ ਵਿੱਚ ਮੈਂ ਦਰਬਾਰ ਸਾਹਿਬ ਸੰਤਾਂ ਦੀ ਉਸ ਸੰਘਰਸ਼ ਦੇ ਵਿੱਚ ਆਇਆ ਤੇ ਮੈਂ ਇੱਥੋਂ ਪੜ੍ਹਿਆ ਗਿਆ। ਮੇਰੀ ਇੰਜੀਨੀਅਰਿੰਗ ਭਾਵੇਂ ਪਿੱਛੇ ਰਹਿ ਗਈ ਪਰ ਉਸ ਤੋਂ ਬਾਅਦ ਮੈਂ ਉਹ ਕਿਸ ਤਰ੍ਹਾਂ ਵੀ ਲਾ ਲਓ, ਚਲੋ ਮੈਂ ਉਸ ਕਾਲਜ ਦੇ ਵਿੱਚ ਟਰਸਟੀ ਹਾਂ ਤੇ ਮੇਰਾ ਕਾਫੀ ਸੰਬੰਧ ਹੈ। ਉਹ ਕਾਲਜ ਨੇ ਸਿੱਖੀ ਦੇ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ ਕਿਉਂਕਿ ਉਹ ਸਾਡਾ ਮਿਨੋਰਟੀ ਸਟੇਟਸ ਵਾਲਾ ਕਾਲਜ ਸੀ ਤੇ ਇੰਜੀਨੀਅਰਿੰਗ ਉਸ ਸਮੇਂ ਜਿਹੜੇ ਸਿਰਫ 3 ਹੀ ਕਾਲਜ ਹੁੰਦੇ ਸੀ, ਇੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਇੱਕ ਪੈਕ ਤੇ ਇੱਕ ਜਿਹੜਾ ਥਾਪਰ, ਤੇ ਬੜੀ ਔਖੀ ਸੀ ਐਡਮਿਸ਼ਨ ਜਾਣੀ ਕਿ ਲੈਣ ਵਾਸਤੇ। ਅੱਜ ਕੱਲ੍ਹ ਤਾਂ ਚਲੋ ਇੱਕ ਤਰ੍ਹਾਂ ਦਾ ਵਪਾਰ ਬਣ ਗਿਆ ਵਿਦਿਆ ਦਾ ਤੇ ਬਹੁਤ ਕਾਲਜ ਖੁੱਲ੍ਹ ਗਏ, ਬੰਦ ਹੋ ਗਏ। ਇੰਜੀਨੀਅਰ ਵਿਚਾਰੇ ਧੱਕੇ ਖਾਂਦੇ ਫਿਰਦੇ, 7-8 ਹਜ਼ਾਰ ਤੇ ਕੋਈ ਨੌਕਰੀ ਨਹੀਂ ਦਿੰਦਾ। ਇਹ ਹਾਲਾਤ ਬਦਲ ਗਏ। ਉਹ ਉੱਥੋਂ ਪੜ੍ਹ ਕੇ ਗਏ ਹੋਏ ਜਿਹੜੇ ਸਿੱਖ ਜਿਹੜੇ ਬੱਚੇ ਸੀ ਉਹਨਾਂ ਦਾ ਬਹੁਤ ਵੱਡਾ ਮਤਲਬ ਅਸਰ ਹੈ ਅੱਜ ਵੀ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇੱਕ ਚੰਗਾ ਮਾਣ ਪ੍ਰਾਪਤ ਆ, ਪਰ ਜਿਹੜੀ ਇੰਜੀਨੀਅਰਿੰਗ ਖੇਤਰ ਦੇ ਅੰਦਰ ਬਾਹਰ ਦੇ ਮੁਲਕਾਂ ਦੇ ਵਿੱਚ ਜੇ ਕੋਈ ਅੱਜ ਵੀ ਜੀਐਨਈ ਦਾ ਵਿਦਿਆਰਥੀ ਆ ਜੇ ਤਾਂ ਉਹਦੀ ਇੰਟਰਵਿਊ ਨਹੀਂ ਕਰਦੇ ਉਹ ਵਾਲੀ। ਉਹਨਾਂ ਨੂੰ ਪਤਾ ਵੀ ਇਹਦਾ ਜਿਹੜਾ ਬੇਸ ਆ ਉੱਥੇ ਬੜਾ ਚੰਗਾ ਵਾ। ਉਹਦੇ 2 ਕਾਰਨ ਨੇ। ਇੱਕ ਤਾਂ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ 'ਚੋਂ ਪੜ੍ਹੇ ਹੋਏ ਬੱਚੇ ਜਿਹੜੇ ਸੀਗੇ ਉਹ ਚੌਧਿਆਂ ਦੇ ਬੈਠੇ ਆ। ਉਹ ਜਿਹੜੇ ਉੱਥੇ ਬੈਠੇ ਲੋਕ ਸੀ ਆਈਟੀ ਦੇ ਨਾਲ ਸੰਬੰਧਿਤ ਜ਼ਿਆਦਾ, ਉਹਨਾਂ ਨੇ ਇੱਕ ਸੰਸਥਾ ਬਣਾਈ ਤਰੱਕੀ ਨਾਂ ਦੀ। ਉਹਨਾਂ ਨੇ ਆਖਿਆ ਯਾਰ ਵੀ ਆਪਾਂ ਆਪਦੇ ਲੋਕਾਂ ਲਈ ਕੁਝ ਕਰੀਏ, ਅਸੀਂ ਤਾਂ ਬਹੁਤ ਪੈਸਾ ਕਮਾ ਲਿਆ। ਤਾਂ ਉਹਨਾਂ ਨੇ ਇੱਕ ਗੱਲ ਸੋਚੀ ਕਿ ਆਪਾਂ ਬੱਚਿਆਂ ਨੂੰ ਜਿਹੜੇ ਇੱਧਰ ਆ ਰਹੇ ਆ ਉਹਨਾਂ ਨੂੰ ਵਿੱਦਿਆ ਦੇ ਕੇ ਇੱਧਰ ਲਿਆਈਏ। ਤੇ ਮੇਰਾ ਉਹਨਾਂ ਨਾਲ ਸੰਬੰਧ ਸੀਗਾ ਕਿਉਂਕਿ ਪੁਰਾਣੇ ਉੱਥੋਂ ਦੇ ਲੋਕ ਜੁੜੇ ਸੀ। ਉਹਨਾਂ ਨੇ ਇਸ ਸਾਲ ਪਿਛਲੇ ਸਾਲ ਇੱਕ ਕੰਪੇਨ ਚਲਾਈ ਵੀ 100 ਵਿਦਿਆਰਥੀ ਜਿਹੜੇ ਆ ਅਸੀਂ ਉਹਨਾਂ ਨੂੰ ਫ੍ਰੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਾਵਾਂਗੇ। ਮਤਲਬ 40,000 ਦੇ ਕਰੀਬ ਇੱਕ ਸਮੈਸਟਰ ਦਾ, ਲੱਖ ਰੁਪਈਆ ਯਾਨੀ ਕਿ ਸਾਲ ਦਾ ਉਹਨਾਂ ਨੇ ਕਿਹਾ ਦੇਵਾਂਗੇ ਇੱਕ ਬੱਚੇ ਨੂੰ, ਯਾਨੀ ਕਿ 100 ਬੱਚੇ ਨੂੰ ਅਸੀਂ ਫ੍ਰੀ ਪੜ੍ਹਾਵਾਂਗੇ। ਵੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਰੱਖ ਲਿਆ ਉਹਨਾਂ ਨੇ ਕਿ ਇੱਥੇ ਅਸੀਂ ਉਹਨਾਂ ਦੀਆਂ ਵਰਕਸ਼ਾਪ ਵੀ ਲਾ ਲਾਂਗੇ ਤਾਂ ਕਿ ਜਦੋਂ ਬਾਹਰ ਜਾਣਾ ਉੱਥੇ ਕੀ ਚਾਹੀਦਾ ਉਹਨਾਂ ਨੂੰ ਇੱਥੇ 4 ਸਾਲਾਂ 'ਚ ਪਹਿਲਾਂ ਹੀ ਪਤਾ ਹੋਵੇ। ਤੇ ਉਹਨਾਂ ਨੇ ਕਿਹਾ ਗਰੰਟੀ ਲਿਖ ਕੇ ਦਿੰਦੇ ਆ ਵੀ ਜਿਹੜਾ ਬੱਚਾ ਇੰਜੀਨੀਅਰਿੰਗ ਕਰਕੇ ਨਿਕਲੇਗਾ 50,000 ਦੀ ਜੋਬ ਅਸੀਂ ਪਹਿਲੇ ਦਿਨ ਤੋਂ ਉਹਨੂੰ ਅਸੀਂ ਦੇ ਦਿਆਂਗੇ ਵੀ ਸਾਡੇ ਕੋਲ ਇੰਨਾ ਸਿਸਟਮ ਹੈਗਾ। ਆਪਾਂ ਦੇਖਦੇ ਹਾਂ ਕਿ ਆਈਟੀ ਦੇ ਨਾਲ ਬਹੁਤ ਸਾਰੇ ਜੋਬ ਵਰਕਸ ਇੱਥੇ ਕਰਦੇ ਆ। ਮੈਂ ਮਤਲਬ ਆਪਣੇ ਸ਼੍ਰੋਮਣੀ ਕਮੇਟੀ ਦੇ 35 ਸਕੂਲ ਤੇ ਹੋਰ ਲਾਗੇ ਦੇ ਸਰਕਾਰੀ ਸਕੂਲਾਂ ਵਿੱਚ ਅਸੀਂ 50 ਸੈਮੀਨਾਰ ਲਾਏ ਤੇ 50 ਸੈਮੀਨਾਰਾਂ ਦੇ ਵਿੱਚੋਂ ਸਿਰਫ 35 ਬੱਚੇ ਨਿਕਲੇ ਜਿਨ੍ਹਾਂ ਨੇ ਇਹ ਮੰਨਿਆ ਕਿ ਜੀ ਠੀਕ ਹੈ ਅਸੀਂ ਤੁਹਾਡੇ ਇਸ ਸਿਸਟਮ ਦੇ ਨਾਲ ਚੱਲ ਰਹੇ ਹਾਂ, ਫ੍ਰੀ ਵਿੱਦਿਆ ਮਿਲ ਰਹੀ ਹੈ ਤੇ ਬਾਹਰ ਜਾਣ ਦਾ 50,000 ਦੀ ਤਨਖਾਹ ਵਾ। ਮੈਂ ਤਾਂ ਕਹਿ ਰਿਹਾ ਜੀ ਇੱਕ ਸਾਈਕੀ ਬਣ ਗਈ ਬਈ ਅਸੀਂ ਤਾਂ ਸ਼ਾਇਦ ਬਾਹਰ ਜਾਣਾ ਹੀ ਸਾਡਾ ਭਵਿੱਖ ਹੈ। ਤੇ ਮੈਂ ਉਹਦੀ ਤੁਲਨਾ ਤੁਹਾਡੇ ਨਾਲ ਕਰਦਾ ਕਿ ਤੁਸੀਂ ਲੋਕ ਜਿਹੜੇ ਹੋ ਨੌਜਵਾਨ ਹੋ, ਤੁਸੀਂ ਇੱਕ ਐਸੇ ਫੀਲਡ ਨੂੰ ਚੁਣਿਆ ਜਿਹੜਾ ਕਿ ਤੁਹਾਡੀ ਮਨ ਦੀ ਰੂਹ ਦੀ ਖੁਰਾਕ ਤਾਂ ਪੂਰੀ ਕਰ ਸਕਦਾ ਪਰ ਤੁਹਾਡੇ ਇਸ ਭਵਿੱਖ ਲਈ ਕਿਸੇ ਤਰ੍ਹਾਂ ਦੀ ਕੋਈ ਗਾਰੰਟੀ ਨਹੀਂ ਦਿੰਦਾ ਕਿ ਤੁਸੀਂ ਇੱਥੇ ਐਮਏ ਕਿਨਾ ਧਰਮ ਅਧਿਐਨ ਦੀ ਕਰਨ ਤੋਂ ਬਾਅਦ ਵੀ ਕੋਈ ਐਸਾ ਪੋਸਟ ਹੈਗੀ ਆ ਜਿਹੜੀ
ਕੋਈ ਇੱਥੇ ਹੈ ਨਹੀਂ, ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਨਹੀਂ ਹੈਗੀਆਂ, ਵੀ ਪੋਸਟ ਤੇ ਜਾ ਕੇ ਤੁਸੀਂ ਨੌਕਰੀ ਲੈ ਕੇ ਤੇ ਆਪਣਾ ਚੰਗਾ ਭਵਿੱਖ ਸਿਰ ਸਕਦੇ ਹੋ। ਸੋ ਤੁਹਾਡੀ ਇੱਕ ਕੁਰਬਾਨੀ ਹੈ, ਇਹ ਤੁਹਾਡਾ ਸਮਰਪਣ ਹੈ। ਇਸ ਕਰਕੇ ਮੇਰਾ ਮਨ ਕੀਤਾ ਕਿ ਮੈਂ ਤੁਹਾਨੂੰ ਮਿਲਾਂ। ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਜਿਹੜਾ ਨੌਜਵਾਨ ਹੈ ਉਹ ਨੌਜਵਾਨ ਧਰਮ ਤੋਂ ਦੂਰ ਹੁੰਦਾ ਜਾ ਰਿਹਾ। ਚਾਹੇ ਇਹਦੇ ਵਿੱਚ ਇਹ ਵੀ ਗੱਲ ਪੱਕੀ ਹੈ ਕਿ ਸਾਨੂੰ ਧਰਮ ਤੋਂ ਦੂਰ ਕਰਨ ਲਈ ਕਈ ਤਰ੍ਹਾਂ ਦੇ ਛੜਯੰਤਰ ਰਚੇ ਜਾਂਦੇ ਆ, ਸਾਨੂੰ ਬੇਲੋੜਾ ਬਦਨਾਮ ਕੀਤਾ ਜਾਂਦਾ। ਹੁਣ ਮੈਂ ਇੰਟਰਵਿਊ ਤੇ ਸੀ, ਚਲੋ ਜਿਹੜੇ ਚੈਨਲ ਹੁੰਦੇ ਆ ਜਾਂ ਇਹ ਜਿਹੜੇ ਏਜੰਸੀਜ਼ ਹੁੰਦੀਆਂ, ਇਹਨਾਂ ਨੇ ਪ੍ਰੋ ਸਰਕਾਰ ਹੀ ਗੱਲ ਕਰਨੀ ਹੁੰਦੀ ਹੈ। ਮੈਂ ਉੱਥੇ ਉਹ ਗੱਲ ਚੱਲਦਿਆਂ ਕਰਕੇ ਮੈਂ ਵਿਤਕਰਾ ਹੋ ਰਿਹਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂ। ਮੈਂ ਇੱਕ ਗੱਲ ਕਹੀ, ਮੈਂ ਕਿਹਾ ਅਰਸ਼ਦੀਪ ਨੇ ਕਹਿ ਛੱਡਤਾ, ਉਹਨੂੰ ਦੇਸ਼ ਦੇ ਵਿੱਚ ਬਦਨਾਮ ਕੀਤਾ ਗਿਆ ਕਿ ਇਹ ਖਾਲਿਸਤਾਨੀ ਹੈ, ਇਹ ਪਾਕਿਸਤਾਨ ਦੇ ਕਹਿਣ ਤੇ ਕਹਿ ਛੱਡਿਆ। ਇਹ ਮੈਂ ਕਿਹਾ ਮਾਨਸਿਕਤਾ ਸਾਡੇ ਖਿਲਾਫ ਕਿ ਸਾਨੂੰ ਸਿੱਖੀ ਹੋਣ ਤੋਂ, ਸਿੱਖ ਹੋਣ ਤੋਂ, ਸਿੱਖ ਧਰਮ ਦੀ ਇਸ ਫਲਸਫੀ ਨੂੰ ਅੱਗੇ ਵਧਾਉਣ ਵਾਲੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਬਦਨਾਮ ਕੀਤਾ ਜਾਵੇ, ਉਹਨਾਂ ਨੂੰ ਡਰਾਇਆ ਜਾਵੇ, ਉਹਨਾਂ ਨੂੰ ਇੱਥੋਂ ਡਾਈਵਰਟ ਕੀਤਾ ਜਾਵੇ। ਇਹ ਸਾਰਾ ਕੁਝ ਇੱਥੇ ਚੱਲ ਰਿਹਾ ਵਾ। ਸੋ ਉਹ ਸਾਰੇ ਕਾਸੇ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਜਿਹੜਾ ਮਤਲਬ ਫੀਲਡ ਚੁਣਿਆ ਹੋਇਆ, ਮੈਂ ਸਮਝਦਾ ਕਿ ਤੁਹਾਡੀ ਕੌਮ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ। ਸੋ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਿਹੜਾ ਇੱਕ ਸਟਾਈਫੰਡ ਸ਼ੁਰੂ ਕੀਤਾ ਹੋਇਆ ਉਹ ਕੁਝ ਬੱਚਿਆਂ ਲਈ ਹੋਏਗਾ। ਸੋ ਮੈਂ ਇਸ ਗੱਲ ਬਾਰੇ ਸੋਚ ਰਿਹਾ ਸੀ ਕਿ ਜੇ ਭਾਵੇਂ ਮੈਂ ਕੋਈ ਫੈਸਲਾ ਕੋਈ ਨਹੀਂ ਹੈਗਾ, ਮੇਰੇ ਆਪਦੇ ਮਨ ਦਾ ਵਿਚਾਰ ਹੈ ਕਿ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾ ਕੇ ਮੈਂ ਤੁਹਾਤੋਂ ਕੋਈ ਵਾਹਵਾ ਨਹੀਂ ਖੱਟਣੀ ਚਾਹੁੰਦਾ ਵੀ ਇਸ ਗੱਲ ਲਈ ਤੁਹਾਡੀ ਇਸ ਜਿਹੜੀ ਭਾਵਨਾ ਵਾ ਉਸ ਭਾਵਨਾ ਦੀ ਕਦਰ ਹੋਣੀ ਚਾਹੀਦੀ ਹੈ, ਕੌਮ ਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਸਾਂਝ ਇਸ ਕਰਕੇ ਪਾ ਰਿਹਾ ਕਿ ਦੇਖੋ ਜੋ ਕੁਛ ਇੱਥੇ ਹੈਗਾ, ਕੋਈ ਰਾਜਸੀ ਤੌਰ ਤੇ ਕੋਈ ਕਿਸੇ ਤਰ੍ਹਾਂ ਦੇ ਵਿਚਾਰ ਰੱਖਦਾ, ਕੋਈ ਕਿਸੇ ਰਾਜਨੀਤਿਕ ਪਰਿਵਾਰ ਦੇ ਖਿਲਾਫ ਆ, ਮੈਨੂੰ ਕੋਈ ਪ੍ਰੋਬਲਮ ਨਹੀਂ। ਤੁਹਾਡੇ ਮਨ ਦਾ ਆਪਣਾ ਬਲਬਲਾ ਹੋ ਸਕਦਾ, ਕੋਈ ਕਿਸੇ ਲੀਡਰ ਦੇ ਖਿਲਾਫ ਤੁਹਾਡੇ ਮਨ ਦੇ ਅੰਦਰ ਆਇਆ, ਕੋਈ ਚੰਗਾ ਕਰ ਰਿਹਾ, ਕੋਈ ਮਾੜਾ ਕਰ ਰਿਹਾ, ਬਹੁਤ ਕੁਛ ਹੈ। ਉਸ ਗੱਲ ਨੂੰ ਸਮੇਟਣ ਜਾਂ ਉਸ ਗੱਲ ਨੂੰ ਮੈਂ ਆਪਣੇ ਨਾਲ ਸਹਿਮਤ ਕਰਨ ਦੇ ਵਿੱਚ ਮੈਂ ਕੋਈ ਤੁਹਾਨੂੰ ਇਸ ਗੱਲ ਦਾ ਬੋਝ ਨਹੀਂ ਪਾਊਂਗਾ। ਪਰ ਇੱਕ ਚੀਜ਼ ਤਾਂ ਹੈ ਨਾ ਕਿ ਧਰਮ ਦੀ ਗੱਲ ਕਰਨ ਵਾਲੇ ਤੁਸੀਂ ਲੋਕ ਹੋ, ਤੁਸੀਂ ਉਹਦੀ ਪੜ੍ਹਾਈ ਕਰ ਰਹੇ ਹੋ। ਤੇ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਕੰਪੈਰੀਟਿਵ ਸਟੱਡੀ ਕਰ ਰਹੇ ਹੋ। ਤੁਸੀਂ ਜਦੋਂ ਗੱਲ ਕਰੋਗੇ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਏਗਾ, ਨਾ ਕਿ ਇਕੱਲੇ ਗਿਆਨੀ ਜੀ ਦੇ ਕਹਿਣ ਤੇ ਜਾਂ ਕਿਤਾਬ ਪੜ੍ਹਨ ਤੇ ਤੁਸੀਂ ਕਹੋਗੇ ਕਿ ਇਹ ਜਿਹੜਾ ਆਇਆ ਸੀਗਾ ਗੁਰੂ ਨਾਨਕ ਸਾਹਿਬ ਕੋਲੇ ਜਨੇਊ ਪਾਉਣ ਵਾਧਾ ਆਇਆ ਸੀ ਤੇ ਉਹਨਾਂ ਨੇ ਉਹਨੂੰ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਤੇ ਨੌਵੇਂ ਪਾਤਸ਼ਾਹ ਨੇ ਜਨੇਊ ਨੂੰ ਬਚਾਇਆ। ਸਾਡੇ ਕੋਲ ਇਹ 2 ਲਾਇਲਕ ਹੈਗੇ ਆ, ਪਰ ਤੁਸੀਂ ਇਹ ਸਮਝਾ ਸਕਦੇ ਹੋ ਤੇ ਸਮਝ ਸਕਦੇ ਹੋ। ਸੋ ਮੈਨੂੰ ਇੱਦਾਂ ਲੱਗਦਾ ਕਿ ਤੁਸੀਂ ਉਸ ਗੱਲ ਲਈ ਬਹੁਤ ਵੱਡੀ ਡਿਊਟੀ ਨਿਭਾ ਸਕਦੇ ਹੋ ਆਉਣ ਵਾਲੇ ਸਮੇਂ ਦੇ ਅੰਦਰ। ਸੋ ਤੁਹਾਡੇ ਨਾਲ ਤਾਲਮੇਲ ਹੋਣਾ, ਤੁਹਾਡੇ ਨਾਲ ਸਹਿਯੋਗ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਬੜਾ ਚੰਗਾ ਵਾ। ਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਬਹੁਤ ਇੱਕ ਜਿਵੇਂ ਕਹਿ ਲਓ ਕਿ ਆਮ ਸ਼ਬਦ ਹੈ ਬੁੱਧੀਜੀਵੀ ਸ਼ਬਦ ਤਾਂ ਹਰੇਕ ਲਈ ਆਪਾਂ ਵਰਤ ਲੈਂਦੇ ਹਾਂ, ਕੋਈ ਪੜ੍ਹਿਆ ਲਿਖਿਆ ਹੋਵੇ, ਪਰ ਜਿਸ ਡੂੰਘਾਈ ਵਿੱਚ, ਜਿਸ ਭਾਵਨਾ ਨਾਲ, ਜਿਸ ਦੂਰਦ੍ਰਿਸ਼ੀ ਨਾਲ ਇਹ ਧਰਮ ਤੇ ਕੌਮ ਦੇ ਮਸਲਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਰੱਖਦੇ ਆ ਜਾਂ ਕਿਤੇ ਲੋੜ ਪੈਂਦੀ ਆ ਉਹਦੇ ਵਿੱਚ ਇਹ ਸ਼ਾਮਲ ਹੁੰਦੇ ਨੇ। ਮੈਂ ਤੁਹਾਨੂੰ ਇੱਕ ਮਾਣ ਵਾਲੀ ਗੱਲ ਦੱਸ ਦਿਆਂ। ਹੁਣੇ ਹੀ ਪਹਿਲਾਂ ਆਪਣੇ ਗੱਲ ਕਰ ਰਿਹਾ ਸੀ ਮੈਂ ਪੁਰੀ ਸਾਹਿਬ ਹੋਰਾਂ ਨਾਲ, ਸਾਰਿਆਂ ਨਾਲ, ਕਿ ਆਮ ਤੌਰ ਦੇ ਉੱਤੇ ਇੱਕ ਪ੍ਰਭਾਵ ਰਹਿੰਦਾ ਕਿ ਜਿਹੜੀਆਂ ਸੰਸਥਾਵਾਂ ਨੇ ਉਹ ਕਿਸੇ ਲੋਕਾਂ ਦੇ ਪ੍ਰਭਾਵ 'ਚ ਸਿਫਾਰਸ਼ੀ ਨੇ। ਠੀਕ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਦਾ ਸਫ਼ਰ ਇਸੇ ਤਰ੍ਹਾਂ ਦਾ ਰਿਹਾ ਸ਼੍ਰੋਮਣੀ ਕਮੇਟੀ ਦਾ ਕਿ ਇਹ ਮੇਰਾ ਵਾ, ਇਹ ਸ਼੍ਰੋਮਣੀ ਕਮੇਟੀ ਦਾ ਭਤੀਜਾ ਵਾ, ਇਹਦਾ ਮੁੰਡਾ ਵਾ, ਇਹਨੂੰ ਰੱਖ ਲਓ ਜੀ, ਹੋਰ ਹੈ ਫਲਾਨਾ ਕਹਿੰਦੇ ਗੁਰਦੁਆਰੇ ਉਹ ਰੱਖ ਲਓ ਵੀ, ਹੋਰ ਕਿਤੇ ਕੰਮ ਨਹੀਂ ਮਿਲਦਾ ਜੀ, ਕੰਮ ਨਹੀਂ ਕਰ ਸਕਦਾ, ਉਹਨੂੰ ਗੁਰਦੁਆਰਾ ਸਾਹਿਬ ਰੱਖ ਲਓ। ਇਸ ਤਰ੍ਹਾਂ ਦਾ ਰੁਝਾਨ ਰਿਹਾ। ਉਸ ਗੱਲ ਦਾ ਅਸੀਂ ਭੁਗਤਾਨ ਵੀ ਭੁਗਤਿਆ, ਇਹੋ ਜਿਹੀ ਕੋਈ ਗੱਲ ਨਹੀਂ। ਅੱਗੇ ਨਾਲੋਂ ਫਰਕ ਪੈ ਗਿਆ। ਮੈਂ ਤੁਹਾਨੂੰ ਇੱਕ ਤੁਹਾਡੇ ਨਾਲ ਸੰਬੰਧਿਤ ਗੱਲ ਦੱਸਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ IAS PCS ਜਾਂ ਜਿਹੜੀਆਂ ਹਾਇਰ ਜਿਹੜੀਆਂ ਪੋਸਟਾਂ ਵਾਸਤੇ ਜਿਹੜੀ ਐਫਰਟਸ ਸ਼ੁਰੂ ਕੀਤੇ ਆ, ਉਹਨਾਂ ਐਫਰਟਸ ਦੇ ਵਿੱਚ ਜਿਹੜੇ ਅਸੀਂ 5 ਮੈਂਬਰੀ ਟੀਮ ਬਣਾਈ ਆ, ਉਹਨਾਂ 'ਚ ਡਾਕਟਰ ਅਮਰਜੀਤ ਸਿੰਘ ਜੀ ਨੇ। ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੈਂ ਹੁਣ ਵੀ ਪੁੱਛ ਰਿਹਾ ਸੀ ਕਿ 15 ਬੱਚੇ ਸਿਲੈਕਟ ਕੀਤੇ ਇਹਨਾਂ ਨੇ ਕੀਤੇ ਆ, ਤੇ ਹੁਣ ਮੈਂ ਪੁੱਛ ਰਿਹਾ ਸੀ ਇਹਨਾਂ ਨੂੰ 10-11 ਹੋਏ ਆ ਵੀ ਅਗਲੇ 14 ਬੰਦੇ ਜਿਹੜੇ ਸਿਲੈਕਟ ਕਰਨੇ ਆ। ਹਾਲਾਂਕਿ ਚਲੋ ਮੈਂ ਇੱਕ ਜਨਰਲ ਸੈਕਟਰੀ ਦੇ ਸੇਵਾਦਾਰ ਦੇ ਨਾਤੇ ਆ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਚੰਗਾ ਰੋਲ ਹੁੰਦਾ ਬੰਦੇ ਦਾ, ਪਰ ਸਾਨੂੰ ਇਸ ਬਾਰੇ ਕੋਈ ਨਹੀਂ ਪਤਾ ਤੇ ਸਾਨੂੰ ਇਹ ਨਹੀਂ ਜਾਣਕਾਰੀ ਤੁਸੀਂ ਕਿਵੇਂ ਕਰ ਰਹੇ ਹੋ।
ਹੁਣੇ ਪੁਰੀ ਸਾਹਿਬ ਉਹਨਾਂ ਦੇ ਸਾਹਮਣੇ ਜਗਰਾਜ ਹੋਣੀ ਬੈਠੇ ਸੀ, ਇਹਨਾਂ ਦੇ ਸਾਹਮਣੇ ਮੈਂ ਪੁੱਛ ਰਿਹਾ ਸੀ ਕਿ ਡਾਕਟਰ ਸਾਹਿਬ ਜਿਹੜੇ 14 ਬੰਦੇ ਹੋਰ ਤੁਸੀਂ ਲਿਆਉਣੇ ਆ ਵੀ ਉਹ ਕਿੱਦਾਂ ਲਿਆਉਣੇ ਆ ਤੇ ਕਿਵੇਂ ਲਿਆਉਣੇ ਆ। ਉਹ ਅਸੀਂ ਕੋਸ਼ਿਸ਼ ਕੀਤੀ ਆ, ਕਿਉਂਕਿ ਮੈਂ ਇਹਨਾਂ ਦੀ ਸ਼ਖਸੀਅਤ ਦੇ ਸਤਿਕਾਰ ਵਜੋਂ ਮੈਂ ਦੱਸ ਰਿਹਾ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਹੋਏ ਕਿ ਅਸੀਂ ਕੋਈ ਇਹਨਾਂ ਨੂੰ ਫੋਨ ਨਹੀਂ ਕੀਤਾ, ਕੋਈ ਆਪਣੀ ਸ਼ਮੂਲੀਅਤ ਨਹੀਂ ਰੱਖੀ, ਕੋਈ ਇੰਟਰਵਿਊ 'ਚ ਨਹੀਂ ਬੈਠੇ, ਤਾਂ ਕਿ ਜਿਹੜੀ ਇਹ ਚੋਣ ਦੀ ਵਿਧੀ ਪ੍ਰਕਿਰਿਆ ਸ਼੍ਰੋਮਣੀ ਕਮੇਟੀ ਨੇ ਕੀਤੀ ਆ ਇਹ ਜਿਹੜੀ ਆ ਇੱਕ ਚੰਗੀ ਹੋਵੇ ਤੇ ਪੂਰਨ ਤੌਰ ਤੇ ਪਾਰਦਰਸ਼ੀ ਹੋਵੇ। ਅਸੀਂ ਆਪਦੀ ਜ਼ਮੀਰ ਦੇ ਹਿਸਾਬ ਨਾਲ ਅੱਜ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਇੱਕ ਵੀ ਪ੍ਰਧਾਨ ਜਾਂ ਕਿਸੇ ਹੋਰ ਮੈਂਬਰ ਨੇ ਇਹਨਾਂ ਦੀ ਕਮੇਟੀ ਮੈਂਬਰ ਨੂੰ ਇੱਕ ਵੀ ਫੋਨ ਕਰਕੇ ਕਿਹਾ ਹੋਵੇ ਕਿ ਆਹ ਬੱਚਾ ਜਿਹਨੂੰ ਅਸੀਂ ਜਾਣਦੇ ਹਾਂ, ਤੇ ਵਿਸ਼ੇਸ਼ ਕਰਕੇ ਬਿਆਨ ਤਾਂ ਅਸੀਂ ਇਹ ਲਾਜ ਦਿੱਤਾ ਸੀ ਭਾਵੇਂ ਬੱਚਾ ਕਾਬਲ ਕਿਉਂ ਨਾ ਹੋਵੇ, ਉਹ ਕਿਸੇ ਵੀ ਲੀਡਰ ਦਾ ਜਾਂ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਦਾ ਰਿਸ਼ਤੇਦਾਰ ਨਹੀਂ ਹੋਣਾ ਚਾਹੀਦਾ। ਤੇ ਮੇਰੇ ਲੱਗਦਾ ਵੀ ਕਰਿਓ ਨੇ ਕਿਰਪਾ ਕੀਤੀ, ਕੋਈ ਨਹੀਂ ਸੀਗਾ, ਉਹ ਕਾਬਲੀਅਤ ਦੇ ਤੌਰ ਤੇ ਵੀ ਨਹੀਂ ਅਸੀਂ ਮਤਲਬ ਉਹਨੂੰ ਕੰਸੀਡਰ ਕੀਤਾ। ਉਹ ਤੁਹਾਡੇ ਨਾਲ ਮੈਂ ਤਾਂ ਇਹ ਗੱਲ ਕਰਦਾ ਸੀ ਕਿ ਵਿਚਾਰ ਹੋ ਸਕਦੇ ਆ, ਤੁਸੀਂ ਬਹੁਤ ਅੱਗੇ ਦੀ ਸੋਚ ਸਕਦੇ ਹੋ, ਤੁਸੀਂ ਸਾਡੇ ਨਾਲ ਬਹੁਤ ਚਕੰਨੇ ਹੋ, ਐਨਾਲਿਸਿਸ ਵੱਧ ਕਰ ਸਕਦੇ ਹੋ, ਪਰ ਇੱਕ ਗੱਲ ਹੈਗੀ ਆ ਕਿ ਅੱਜ ਦੇ ਸਮੇਂ 'ਚ ਬਾਕੀ ਗੱਲਾਂ ਜਿੱਥੇ ਵੀ ਹੈ ਤੁਸੀਂ ਉੱਥੇ ਰਹੋ, ਪਰ ਇੱਕ ਗੱਲ ਹੈਗੀ ਜਿਹੜੀ ਸਿੱਖਾਂ ਦੀਆਂ ਸੰਸਥਾਵਾਂ ਤੇ ਵੱਡੀ ਚੋਟ ਲਾਈ ਜਾ ਰਹੀ ਆ, ਉਹਨਾਂ ਨੂੰ ਤੋੜਨ ਦੇ ਪਾਸੇ ਤੁਰਿਆ ਜਾ ਰਿਹਾ, ਕਿਉਂਕਿ ਇਸ ਗੱਲ ਤੋਂ ਘਬਰਾਹਟ ਹੈ। ਜਿਹੜਾ ਸਿੱਖੀ ਦਾ ਕਨਸੈਪਟ ਹੈ, ਇਸ ਕਨਸੈਪਟ ਦਾ ਮੁਕਾਬਲਾ ਜਦੋਂ ਕਰਦੇ ਆ ਤੇ ਉੱਥੇ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੇ ਆ। ਮੈਂ ਪਿੱਛੇ ਜੇ ਇੱਕ ਬਹੁਤ ਵੱਡੇ ਮੰਚ ਤੇ ਗਿਆ ਤੇ ਮੈਂ ਕਿਹਾ ਉੱਥੇ ਮੈਂ ਗੱਲ ਕੀਤੀ, ਮੈਂ ਕਿਹਾ ਵੀ ਇਸ ਦੇਸ਼ ਦੇ ਲੋਕ ਬਹੁ ਗਿਣਤੀ ਲੋਕ ਜਿਹੜੇ ਆ ਉਹ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੇ ਆ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਾਡੇ ਜਨੂੰਨ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ, ਤੇ ਇਹ ਗੱਲ ਹਿਸਟਰੀ ਵਿੱਚ ਆਇਆ ਤੇ ਉਹਨੂੰ ਕਿਵੇਂ ਡਾਊਨ ਕੀਤਾ, ਕਿਵੇਂ ਘਟਾਇਆ ਜਾਵੇ। ਜਿਹੜਾ NCERT ਦੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਵੱਡਾ ਸੀਗਾ ਉਹਨੂੰ ਘਟਾ ਕੇ 2 ਪੇਜਾਂ ਤੇ ਇੱਕ ਤੇ ਕਰ ਦਿੱਤਾ ਗਿਆ। ਇਹੋ ਜਿਹੇ ਸ਼ਬਦ ਚੁੱਕ ਦਿੱਤੇ ਗਏ ਕਿ ਜਿਹੜੀ ਦੇਸ਼ ਦੀ ਇੱਜ਼ਤ ਸੀ, ਬਹੂ ਬੇਟੀਆਂ ਦੀ ਇੱਜ਼ਤ ਸੀ, ਉਹ ਜਿਹੜੇ ਸਿੰਘਾਂ ਨੇ ਉਹਨਾਂ ਦੇ ਘਰੇ ਮਹਿਫੂਜ਼ ਕਰਕੇ ਪਹੁੰਚਾਈ। ਉਹ ਕਹਿੰਦੇ ਇਹ ਖਤਮ ਕਰ ਦਿਓ, ਭਾਵੇਂ ਕਿ ਹੁੰਦਾ ਨਹੀਂ, ਇੱਥੇ ਕਰ ਦੇਣਗੇ। ਬਹੁਤ ਵੱਡੀ ਦੁਨੀਆ ਦੇ ਇਤਿਹਾਸ ਦੇ ਅੰਦਰ ਉਹ ਚੀਜ਼ ਮਰਦੀ ਨਹੀਂ, ਉਹਦੀ ਵੈਲਿਊ ਜ਼ਿਆਦਾ ਆ। ਸਾਡੇ ਇੱਥੋਂ ਦੀ ਜਿਹੜੀ ਸਾਜ਼ਸ਼ੀ ਢੰਗ ਨਾਲ ਉਹਨੂੰ ਘਟਾਉਣ ਜਾਂ ਮਟਾਉਣ ਦੀ ਜਿਹੜੀ ਗੱਲ ਆ ਉਹ ਉਹਨਾਂ ਮਾਨਾ ਨਹੀਂ ਰੱਖਦੀ। ਉਹ ਮੈਂ ਤਾਂ ਇਹ ਗੱਲ ਕਰਦਾ ਸੀ, ਤੁਹਾਡੀ ਇਸ ਗੱਲ ਲਈ ਸਹਿਯੋਗ ਚਾਹੁੰਦੇ ਅਸੀਂ ਕਿ ਜਿਹੜੀਆਂ ਤੁਹਾਡੀਆਂ ਸਿੱਖ ਸੰਸਥਾਵਾਂ ਨੇ ਉਹ ਨੂੰ ਤੋੜਿਆ ਜਾ ਰਿਹਾ, ਉਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਉਸ ਗੱਲ ਲਈ ਅਸੀਂ ਆਸ ਕਰਦੇ ਹਾਂ ਤੁਹਾਡੇ ਤੋਂ ਕਿ ਆਪਾਂ ਆਪਣੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਇਲਜ਼ਾਮ ਲਾਇਆ ਜਾਂਦਾ ਕਿ ਫਲਾਣੇ ਕਾਬਜ ਨੇ, ਉਹ ਨੇ, ਯੋ ਨੇ, ਇਹਦੇ ਬਾਰੇ ਵੀ ਹਰ ਗੱਲ ਲਈ ਜਵਾਬ ਦੇ ਸਕਦਾ ਮੈਂ। ਜਵਾਬ ਤੁਸੀਂ ਪੁੱਛੋਗੇ ਮੈਂ ਦਊਂਗਾ ਕਿ ਸਿੱਖ ਹੀ ਵੋਟ ਪਾਉਂਦੇ ਨੇ, ਸਿੱਖ ਹੀ ਮੈਂਬਰ ਚੁਣਦੇ ਨੇ, ਤੇ ਉਹ ਜਿਹੜੇ ਮੈਂਬਰ ਆ ਅੱਗੇ ਉਹ ਪ੍ਰਧਾਨ ਚੁਣਦੇ ਨੇ। ਇਤਫਾਕਨ ਕੀ ਹੋ ਗਿਆ ਵੀ ਜੇ ਉਹ ਕਿਸੇ ਇੱਕ ਰਾਜਸੀ ਧਿਰ ਦੇ ਨਾਲ ਸੰਬੰਧਿਤ ਵੱਧ ਲੋਕ ਨੇ। ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਮੈਨੂੰ 11 ਸਾਲ ਹੋ ਗਏ ਇੱਥੇ। ਹਰ ਸਿਸਟਮ ਦੇ ਅੰਦਰ 2-3 ਧੜੇ ਹੁੰਦੇ ਨੇ, ਉਹਨੂੰ ਓਪੋਜੀਸ਼ਨ ਕਹਿ ਲਓ ਜਾਂ ਹੋਰ ਕਹਿ ਲਓ। ਮੈਂ ਅੱਜ ਤੱਕ ਸ਼੍ਰੋਮਣੀ ਕਮੇਟੀ ਦੇ ਅੰਦਰ ਵੋਟਾਂ ਪੈਂਦੀਆਂ, ਮਸਲੇ ਬਣਦੇ ਆ, ਮੀਟਿੰਗਾਂ ਹੁੰਦੀਆਂ, ਅੱਜ ਤੱਕ ਅਸੀਂ ਆਪਦੇ ਮੂੰਹ ਤੋਂ ਇਹ ਨਹੀਂ ਕਿਹਾ ਕਿ ਇਹ ਵਿਰੋਧੀ ਧਿਰ ਨੇ। ਪਰ ਜਿਹੜਾ ਮਤਲਬ ਪ੍ਰਧਾਨ ਚੁਣਦੇ ਆ, ਇੱਕ ਪਾਸੇ 150 ਬੰਦਾ ਹੁੰਦਾ, ਇੱਕ ਪਾਸੇ 20 ਬੰਦੇ ਹੁੰਦੇ ਆ, ਤੇ ਕਦੇ ਵੀ ਮੈਂ ਆਪਣੀ ਤੌਰ ਤੇ ਇਹ ਨਹੀਂ ਜ਼ਿਕਰ ਕੀਤਾ ਕਿ ਇਹ ਵਿਰੋਧੀ ਧਿਰ ਨੇ, ਕਿਉਂਕਿ ਇਹ ਵਿਰੋਧੀ ਨਹੀਂ ਹੈਗੇ। ਸਿੱਖਾਂ ਨੇ ਇਸ ਕਰਕੇ ਚੁਣੇ ਸੀ ਕਿ ਤੁਸੀਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਤੇ ਗੁਰੂ ਦੇ ਸਿਧਾਂਤ ਦੇ ਪ੍ਰਚਾਰ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਓਗੇ। ਸੋ ਇਹ ਗੱਲ ਲੰਮੀਆਂ ਹੋ ਜਾਣਗੀਆਂ, ਬਹੁਤ ਹੋ ਜਾਣਗੀਆਂ। ਮੇਰੇ ਕਹਿਣ ਦਾ ਮਤਲਬ ਹੈ ਕਿ ਆਪਣੇ ਕੋਲ ਇੱਕ ਬਹੁਤ ਵੱਡੀ ਸੰਸਥਾ ਜਿਹਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੇ ਹਰਿਆਣਾ ਦੀ ਕਮੇਟੀ ਬਿਲਕੁਲ ਬਦਮਾਸ਼ੀ ਨਾਲ, ਗੁੰਡਾਗਰਦੀ ਨਾਲ ਤੋੜ ਕੇ ਸਾਡੇ ਤੋਂ ਵੱਖ ਕਰ ਦਿੱਤੀ ਗਈ। ਜਦੋਂ ਕਿ ਇਸ ਦੇਸ਼ ਦਾ ਸੰਵਿਧਾਨ ਇਹ ਕਹਿੰਦਾ 1925 ਐਕਟ ਆ, ਜਿਹੜਾ ਤੁਸੀਂ ਮੇਰੇ ਨਾਲੋਂ ਵੱਧ ਸ਼ਾਇਦ ਪੜ੍ਹੇ ਵੀ ਹੋਵੋਗੇ, ਕਿ 1925 ਐਕਟ ਦੀ ਜਿੰਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਦੇ ਗੁਰਦੁਆਰੇ ਡੀ-ਨੋਟੀਫਾਈ ਨਹੀਂ ਹੋ ਜਾਂਦੇ, ਪਾਰਲੀਮੈਂਟ ਦੇ ਵਿੱਚ ਉਹਦੇ 'ਚ ਸੋਧ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਕੋਈ ਵੀ ਜਿਹੜੀ ਆ ਉਹ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਤੋਂ ਪਾਸੇ ਨਹੀਂ ਜਾ ਸਕਦੇ। ਪਰ ਨਹੀਂ ਸੁਣਿਆ ਜਾ ਰਿਹਾ, ਬਹੁਤ ਕੁਛ ਆ। ਮੈਂ ਇਹ ਤੁਹਾਨੂੰ ਅਪੀਲ ਕਰਦਾ ਕਿ ਜਿੱਥੇ ਤੁਸੀਂ ਇਸ ਧਰਮ ਦੀ ਵਿੱਦਿਆ ਨੂੰ ਪ੍ਰਾਪਤ ਕਰ ਰਹੇ ਹੋ, ਉੱਥੇ ਇਹਨਾਂ ਸੰਸਥਾਵਾਂ ਦੀ ਬਿਹਤਰੀ ਵਾਸਤੇ ਤੁਹਾਡਾ ਅਸੀਂ ਸਹਿਯੋਗ ਚਾਹੁੰਦੇ ਹਾਂ, ਤੁਹਾਡਾ ਅਸੀਂ ਯੋਗਦਾਨ ਚਾਹੁੰਦੇ ਹਾਂ। ਸੋ ਮੈਂ ਤਾਂ ਤੁਹਾਡੇ ਤੋਂ ਇਹ ਆਸ ਕਰਦਾ ਕਿ ਆਪਾਂ ਬਾਕੀ ਜਿੱਥੇ ਵੀ ਤੁਸੀਂ ਖੜੇ ਹੋ ਕੋਈ ਇਤਰਾਜ਼ ਨਹੀਂ, ਕਿਸੇ ਤਰ੍ਹਾਂ ਦਾ ਮੇਰੇ ਪ੍ਰਤੀ ਤੁਹਾਨੂੰ ਸਵਾਲ ਹੋਵੇ, ਜਿੰਨੇ ਕੁ ਜੋਗਾ ਹੈਗਾ ਮੈਂ ਉਹਦੇ ਸਵਾਲ ਦਾ ਜਵਾਬ ਵੀ ਦੇਵਾਂਗਾ। ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਹਰ ਗੱਲ ਦਾ ਕਿਸੇ ਨਾ ਕਿਸੇ ਤਰ੍ਹਾਂ ਆਨਸਰ ਦਿੱਤਾ ਜਾਵੇ, ਪਰ ਉਹ ਸਾਰਾ ਕੁਝ ਛੱਡ ਕੇ ਪਾਸੇ ਲਾ ਕੇ ਪਰ ਸੰਸਥਾ ਦੇ ਵਾਸਤੇ, ਕਿਉਂਕਿ ਇਹ ਸੰਸਥਾ ਜਿਹੜੀ ਆ ਤੁਹਾਡਾ ਮੋਰਚਾ ਵਾ, ਇਹ ਸੰਸਥਾ ਨੇ ਹੀ ਤੁਹਾਡੀ ਆਉਣ ਵਾਲੀ ਪੀੜ੍ਹੀ ਤੇ ਆਉਣ ਵਾਲੇ ਜਿਹੜੇ ਮੁਕਾਬਲੇ ਆ
ਉਹਨਾਂ ਦੇ ਮੁਕਾਬਲੇ ਕਰਨੇ ਹੁਣ, ਚਾਹੇ ਕਿੱਦਾਂ ਵੀ ਲਾ ਲਓ, ਚਾਹੇ ਬੰਦੀ ਸਿੰਘਾਂ ਦੀ ਗੱਲ ਕਰ ਲਓ, ਚਾਹੇ ਅਮਰਤਪਾਲ ਸਿੰਘ ਦੀ ਗੱਲ ਕਰ ਲਓ, ਚਾਹੇ ਕੋਈ ਵੀ ਗੱਲ ਕਰ ਲਓ, ਉੱਥੇ ਖੜੀ ਕੌਣ? ਅਖੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ। ਮੈਂ ਇਹ ਜਾਣਦਾ ਕਿਉਂਕਿ ਮੈਂ ਜੋਧਪੁਰ ਜੇਲ੍ਹ 'ਚ ਰਿਹਾ। ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਹਾਲਾਤ ਹੀ ਸੀਗੇ ਕਿ ਪਰਛਾਵਾਂ ਛੱਡ ਗਿਆ ਸੀ, ਲੋਕਾਂ ਦਾ ਪਰਛਾਵਾਂ ਉਹਦੇ ਤੋਂ ਦੂਰ ਹੋ ਗਿਆ ਸੀ, ਰਿਸ਼ਤੇਦਾਰ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ। ਆਹੀ ਚੀਜ਼ ਵਾਪਰੀ ਜਿਹੜੀ ਅੱਜ ਅਮਰਤਪਾਲ ਜਾਂ ਉਹਦੇ ਨਾਲ ਦੇ ਭਾਈਵਾਲਾਂ ਨਾਲ ਵਾਪਰੀ ਕਿ ਕਿਸੇ ਬੰਦਿਆਂ ਨੇ, ਲੋਕਾਂ ਦੇ ਰਿਸ਼ਤੇਦਾਰਾਂ ਨੇ ਫੋਨ ਬੰਦ ਕਰਤੇ ਉਹਨਾਂ ਦੇ ਨੇ, ਵੀ ਉਹਨਾਂ ਦਾ ਵਕੀਲ ਕਰਨੀ ਤਾਂ ਦੂਰ ਦੀ ਗੱਲ ਆ, ਉਹਨਾਂ ਨੂੰ ਮਿਲਣਾ ਵੀ ਔਖਾ ਹੋ ਗਿਆ, ਫੋਨ ਕਰਨਾ ਵੀ ਔਖਾ ਹੋ ਗਿਆ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ, ਇਹ ਸਾਨੂੰ ਚੁਣੌਤੀਆਂ ਨੇ। ਭਾਵੇਂ ਚੁਣੌਤੀਆਂ ਇਹ ਨਹੀਂ ਹੈਗੀਆਂ ਕਿ ਅੱਜ ਬੰਦ ਹੋ ਜਾਣਗੀਆਂ, ਚੁਣੌਤੀਆਂ ਆਉਂਦੀਆਂ ਰਹਿਣੀਆਂ, ਕਿਉਂਕਿ ਤੁਹਾਡਾ ਫਲਸਫਾ ਹੀ ਐਸਾ ਵਾ, ਤੁਸੀਂ ਸੱਚਾਈ ਤੇ ਗੱਲ ਕਰਨੀ ਆ, ਤੁਸੀਂ ਜ਼ਬਰ ਜ਼ੁਲਮ ਦੇ ਖਿਲਾਫ ਖੜਨਾ, ਤੁਸੀਂ ਜਿਹੜਾ ਨਿਜ਼ਾਮ ਗਲਤ ਕਰ ਰਿਹਾ ਉਹਦੇ ਤੁਸੀਂ ਹਮੇਸ਼ਾ ਖਿਲਾਫ ਖੜਨਾ। ਇਹ ਤੁਹਾਡੇ ਖੂਨ ਦੇ ਵਿੱਚ ਆ, ਗੁਰੂ ਨੇ ਤੁਹਾਨੂੰ ਸਿਧਾਂਤਕ ਤੌਰ ਤੇ ਚੀਜ਼ਾਂ ਦਿੱਤੀਆਂ। ਸੋ ਮੈਂ ਇਹੋ ਹੀ ਬੇਨਤੀ ਕਰਨਾ ਅੱਜ ਤੁਹਾਡੇ ਕੋਲ ਆਇਆ ਸੀ। ਭਾਵੇਂ ਕਿ ਕੁਝ ਬੱਚੇ ਜਿਹੜੇ ਆ ਜਿਨ੍ਹਾਂ ਵਾਸਤੇ ਸ਼੍ਰੋਮਣੀ ਕਮੇਟੀ ਇਹ ਕਰਦੀ ਆ, ਉਹ ਤਾਂ ਹੈ ਹੀ ਹੈ ਨੇ, ਪਰ ਤੁਹਾਡੇ ਸਾਰਿਆਂ ਤੋਂ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਚਾਹਾਂਗੇ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਤਾਲਮੇਲ ਬਣੋ। ਅਸੀਂ ਕੋਸ਼ਿਸ਼ ਕਰਾਂਗੇ ਜੇ ਡਾਕਟਰ ਸਾਹਿਬ ਇਸ ਗੱਲ ਲਈ ਸਾਨੂੰ ਸਹਿਯੋਗ ਕਰਨਗੇ ਕਿ ਆਪਾਂ ਉੱਥੇ ਇੱਕ ਅੱਧਾ ਕੋਈ ਦਿਨ ਦਾ ਛੋਟਾ ਜਿਹਾ ਸੈਮੀਨਾਰ ਲਾਈਏ, ਤਾਂ ਕਿ ਸਾਡੀ ਜਿਹੜੀ ਆਈਟੀ ਟੀਮ ਹੈ ਉਹ ਤੁਹਾਡੇ ਨਾਲ ਸੰਬੰਧਿਤ ਹੋਵੇ, ਤੁਹਾਡੇ ਨਾਲ ਤਾਲਮੇਲ ਬਣਾਵੇ, ਤਾਂ ਕਿ ਜਿੱਥੇ ਆਪਣੀਆਂ ਸੰਸਥਾਵਾਂ ਦੀ ਮਜ਼ਬੂਤੀ ਦੀ ਗੱਲ ਹੈ, ਗਲਤ ਪ੍ਰਚਾਰ ਦੀ ਗੱਲ ਹੈ। ਹੁਣ ਜਿਹੜੀ ਲੜਕੀ ਸੀ ਜਿਹਨੇ ਉਹ 3 ਲਾਏ ਸੀ ਰੰਗ ਆਪਣੇ ਫੇਸ ਤੇ, ਉਸ ਮਾਮਲੇ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਜਿਹੜਾ ਕਿ ਸਿੱਖਾਂ ਨੂੰ ਟ੍ਰੋਲ ਕੀਤਾ ਗਿਆ, ਵੀ ਇੰਨਾ ਮਤਲਬ ਕੂੜ ਪ੍ਰਚਾਰ ਕੀਤਾ ਗਿਆ। ਪਰ ਭਾਵੇਂ ਕਿ ਚਲੋ ਉਹਨਾਂ ਨੇ ਤੀਸਰੇ ਦਿਨ ਇਸ ਗੱਲ ਦੀ ਮਾਫੀ ਵੀ ਮੰਗੀ। ਉਹ ਸ਼੍ਰੋਮਣੀ ਕਮੇਟੀ ਦਾ ਆਈਟੀ ਵਿੰਗ ਆਪਣੇ ਤੌਰ ਤੇ ਭਾਵੇਂ ਬਹੁਤ ਵੱਡਾ ਨਹੀਂਗਾ, ਸਮਰੱਥ ਨਹੀਂ ਇੰਨਾ ਹੈਗਾ, ਪਰ ਫਿਰ ਵੀ ਭਾਵਨਾ ਤੌਰ ਤੇ ਉਹਨਾਂ ਨੇ ਆਪਣਾ ਕੰਮ ਕੀਤਾ, ਉਹਨਾਂ ਨੂੰ ਮੁੜ ਕੇ ਆਉਣਾ ਪਿਆ, ਉਹਨਾਂ ਨੇ ਮਾਫੀ ਮੰਗੀ। ਸੋ ਕੋਸ਼ਿਸ਼ ਕਰੀਦੀ ਆ, ਪਰ ਤੁਹਾਡੇ ਵਰਗੇ ਲੋਕਾਂ ਦੀ ਹਾਲੇ ਸਾਨੂੰ ਬਹੁਤ ਵੱਡੀ ਜ਼ਰੂਰਤ ਆ, ਤਾਂ ਕਿ ਆਉਣ ਵਾਲੇ ਭਵਿੱਖ ਦੇ ਅੰਦਰ ਵੀ ਤੁਹਾਡੇ ਆਉਣ ਵਾਲੇ, ਜਿਵੇਂ ਕਹਿੰਦੇ ਹੁੰਦੇ ਆ, ਜਿਹੜੀ ਤੁਹਾਡਾ ਭਵਿੱਖ ਹੈ, ਤੁਸੀਂ ਨੌਕਰੀ ਕਰਨੀ ਹੈ, ਬਾਹਰ ਜਾਣਾ, ਕਿਤੇ ਵੀ ਜਾਣਾ। ਸੋ ਸੰਸਥਾਵਾਂ ਦੇ ਲਈ ਮੈਂ ਇਸ ਗੱਲ ਦੀ ਕੋਸ਼ਿਸ਼ ਵੀ ਕਰਾਂਗਾ ਕਿ ਕੁਛ ਨਾ ਕੁਛ ਇਸ ਤਰ੍ਹਾਂ ਦੇ ਜਿਹੜੇ ਅਹੁਦੇ ਆ ਜਾਂ ਨੌਕਰੀ ਦੇ ਵਿੱਚ ਕਹਿ ਲਓ, ਤੁਹਾਡਾ ਸਹਿਯੋਗ ਲੈਣ ਲਈ ਅਸੀਂ ਕੁਛ ਨਾ ਕੁਛ ਕਾਲਜਾਂ ਦੇ ਅੰਦਰ, ਕਿਉਂਕਿ ਜਿੰਨੇ ਸਾਡੇ ਕਾਲਜ ਨੇ ਉਹਨਾਂ ਦੇ ਵਿੱਚ ਜਾਂ ਸਾਡੇ ਪ੍ਰਬੰਧਾਂ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਤੁਹਾਡੀ ਇਸ ਜਿਹੜੀ ਵਿੱਦਿਅਕ ਜਿਹੜਾ ਤੁਸੀਂ ਪ੍ਰਾਪਤੀ ਆ, ਇਸ ਪ੍ਰਾਪਤੀ ਨੂੰ ਇੱਧਰ ਯੂਟੀਲਾਈਜ਼ ਕੀਤਾ ਜਾਵੇ। ਸੋ ਇਹ ਸੀ ਮੇਰਾ ਮਨ ਸੀ। ਮੈਨੂੰ ਚੰਗਾ ਲੱਗਾ, ਤੁਸੀਂ, ਮੈਂ ਤਾਂ ਥੋੜ੍ਹਾ ਹੀ ਸਮਝਦਾ ਸੀ, ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਇੱਥੇ ਆਏ ਹੋ, ਤੁਹਾਡਾ ਸਾਰਿਆਂ ਲਈ ਮੇਰੇ ਮਨ ਦੇ ਅੰਦਰ ਸਤਿਕਾਰ ਹੈ। ਸੋ ਅਸੀਂ ਚਾਹਾਂਗੇ ਕਿ ਆਪਾਂ ਆਪਸੀ ਇੱਕ ਤਾਲਮੇਲ ਬਣਾ ਕੇ ਚੱਲੀਏ, ਤਾਂ ਕਿ ਖਾਸ ਤੌਰ ਤੇ ਇੱਕ ਵਿਸ਼ਾ ਰੱਖੀਏ ਵੀ ਜਿੱਥੇ ਆਮ ਤੌਰ ਦੇ ਉੱਤੇ ਆਪਣੀਆਂ ਬੜੇ ਵਖਰੇਵੇਂ ਨੇ, ਸੰਸਥਾਵਾਂ ਦੇ ਵਖਰੇਵੇਂ ਨੇ, ਕੋਈ ਕਿਸੇ ਤਰ੍ਹਾਂ ਦਾ ਕੋਈ ਛੋਟੀ ਜਿਹੀ ਗੱਲ ਕਰ ਲਾਂ, ਕੋਈ ਕਹਿੰਦਾ ਮੈਂ ਰਹਿ ਰਸ ਵੱਡੀ ਪੜ੍ਹਨੀ, ਛੋਟੀ ਪੜ੍ਹਨੀ ਆ, ਇਹ ਬਹੁਤ ਸਾਰੀਆਂ ਗੱਲਾਂ ਨੇ। ਜੇ ਅਸੀਂ ਇਹਨਾਂ ਨੂੰ ਸੁਲਝਾਉਣ ਲਈ ਪੜਾਂਗੇ ਬਹੁਤ ਸਾਰੇ ਉਲਝ ਜਾਵਾਂਗੇ। ਪਰ ਕੀ ਆ ਵੀ ਸਾਡਾ ਬੁਨਿਆਦੀ ਕੀ ਆ ਵੀ ਗੁਰੂ ਗ੍ਰੰਥ ਸਾਹਿਬ ਏਕ ਓਂਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਗੁਰੂ ਗ੍ਰੰਥ ਸਾਹਿਬ, ਗੁਰੂਆਂ ਦੇ ਗੁਰੂ ਉਹ ਸਾਡੇ ਗੁਰੂ ਨੇ, ਤੇ 5 ਬਾਣੀਆਂ ਤੇ ਅੰਮ੍ਰਿਤ ਜਿਹੜਾ ਵਾ, ਇਹ ਚੀਜ਼ਾਂ ਹਾਲੇ ਘੱਟੋ ਘੱਟ ਸਾਡੀਆਂ ਸਾਂਝੀਆਂ ਨੇ। ਇਹਨਾਂ ਨੂੰ ਪੂਰਾ ਮਹਿਫੂਜ਼ ਰੱਖੀਏ ਤਾਂ ਕਿ ਇਹਨਾਂ ਤੇ ਵੀ ਕਿਸੇ ਤਰ੍ਹਾਂ ਦੀ ਚੁਣੌਤੀ ਨਾ ਆ ਜਾਏ। ਬਾਕੀ ਸਾਰੀਆਂ ਗੱਲਾਂ ਹੁੰਦੀਆਂ ਰਹਿਣਗੀਆਂ। ਉਹੀ ਗੱਲ ਹੈ ਵੀ ਤੁਹਾਡੇ ਮਨ ਦੇ ਵਿਚਾਰ ਬਹੁਤ ਤਰ੍ਹਾਂ ਦੇ ਹੋਣਗੇ, ਵੱਖੋ ਵੱਖਰੇ ਹੋਣਗੇ, ਵੱਧ ਸੁਲਝੇ ਹੋਵੋਗੇ, ਵੱਧ ਤੁਸੀਂ ਇਸ ਗੱਲ ਦੀ ਪੜਚੋਲ ਕਰ ਸਕਦੇ ਹੋਵੋਗੇ, ਪਰ ਕੁਝ ਗੱਲਾਂ ਨੂੰ ਸਾਂਝੇ ਤੌਰ ਤੇ ਲੈ ਕੇ ਆਪਾਂ ਇਕੱਠੇ ਹੋ ਕੇ ਚੱਲੀਏ, ਤਾਂ ਕਿ ਅਸੀਂ ਕੌਮ ਦੀ ਉਹਨਾਂ ਮਹਾਨ ਸੰਸਥਾਵਾਂ ਨੂੰ ਮਜ਼ਬੂਤ ਰੱਖਣ ਲਈ ਆਪਣਾ ਯੋਗਦਾਨ ਪਾ ਸਕੀਏ। ਸੋ ਮੈਂ ਪੂਰੀ ਵੱਡੀ ਆਸ ਦੇ ਨਾਲ ਤੁਹਾਡੇ ਤੋਂ ਇਸ ਸਹਿਯੋਗ ਦੀ ਆਸ ਰੱਖਦਾ ਹੋਇਆ ਮੈਂ ਤੁਹਾਡੇ ਤੋਂ ਫਤਿਹ ਬੁਲਾਉਣਾ। ਆਉਣ ਵਾਲੇ ਸਮੇਂ ਦੇ ਅੰਦਰ ਮੈਂ ਚਾਹਾਂਗਾ ਕਿ ਆਪਾਂ ਆਪਸੀ ਤਾਲਮੇਲ ਕਰਕੇ ਇੱਕ ਦੂਜੇ ਦੇ ਪੂਰਕ, ਇੱਕ ਦੂਜੇ ਦੇ ਸਹਿਯੋਗੀ ਬਣ ਕੇ ਚੱਲੀਏ। ਗੁਰੂ ਕਿਰਪਾ ਕਰੇ, ਸਾਨੂੰ ਸਮੱਤ ਵੀ ਦੇਵੇ, ਸ਼ਕਤੀ ਵੀ ਬਖਸ਼ੇ, ਤਾਂ ਕਿ ਧਰਮ ਕੌਮ ਦੀ ਸੇਵਾ ਅਸੀਂ ਕਰਦੇ ਰਹੀਏ। ਤੁਹਾਡਾ ਉਜਲਾ ਭਵਿੱਖ ਗੁਰੂ ਨੇ ਕਰਨਾ, ਪਰ ਫਿਰ ਵੀ ਅਸੀਂ ਜਿੰਨਾ ਕੁ ਯੋਗਦਾਨ ਪਾ ਸਕਾਂਗੇ ਅਸੀਂ ਪਾਉਣ ਦੇ ਲਈ ਜ਼ਰੂਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਰਸਤਾ ਜਾਂ ਉਪਰਾਲਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।